ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं हाँ गगनदीप सिंह अनंतपुरी ते पंजाब ਦੀਆਂ ਇਸ ਖਬਰਾਂ ਤੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਆਓ ਝਾਤ ਮਾਰਦੇ ਹਾਂ ਪਹਿਲਾਂ ਸੁਰਖੀਆਂ ਤੇ। ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਦੀ ਹੋਈ ਮੀਟਿੰਗ, ਲਏ ਗਏ ਅਹਿਮ ਫੈਸਲੇ। UCC ਦੇ ਵਿਰੋਧ ਵਿੱਚ ਵੀ ਕੀਤਾ ਗਿਆ ਮਤਾ ਪਾਸ। CM ਮਾਨ ਨੇ WhatsApp ਨੰਬਰ ਤੇ ਈਮੇਲ ID ਕੀਤੀ ਜਾਰੀ, ਵਪਾਰੀਆਂ ਤੋਂ ਮੰਗੇ ਸੁਝਾਅ। NIA ने मोस्ट वांटेड लिस्ट की जारी, 21 नाम ने शामिल। NIA करेगा कार्रवाई। पानीपत च होया पुलिस मुकाबला, एक नौजवान होया ढेर। सिद्धू मूसेवाला कतलकांड हत्यारे प्रवृत्त दा दस्सिया जा रहा भरा। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਅੰਤਰਿਮ ਕਮੇਟੀ ਦੀ ਇਕੱਤਰਤਾ ਦੀ ਮੀਟਿੰਗ ਹੋਈ, ਜਿਸ ਵਿੱਚ ਅਹਿਮ ਫੈਸਲੇ ਲਏ ਗਏ। ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਕੱਤਰਤਾ ਵਿੱਚ ਅਹਿਮ ਫੈਸਲਿਆਂ ਦੇ ਵਿੱਚ UCC ਦੇ ਵਿਰੋਧ ਵਿੱਚ ਮਤਾ ਪਾਸ ਕੀਤਾ ਗਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਸਬ ਕਮੇਟੀ ਦੀ ਰਿਪੋਰਟ ਜਲਦ ਆਏਗੀ। ਮੀਟਿੰਗਾਂ ਕਰਕੇ ਵਿਚਾਰ ਹੋ ਰਹੀ ਹੈ। ਇਕੱਤਰਤਾ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਵਿੱਚ ਹੋਈਆਂ ਸੁੱਕੀਆਂ ਰੋਟੀਆਂ ਦੀ ਝੂਠ, 1 ਕਰੋੜ ਦੀ ਹੇਰਾਫੇਰੀ ਸੰਬੰਧੀ ਵਿਰੋਧੀ ਧਿਰ ਨੇ ਪ੍ਰਧਾਨ ਨੂੰ ਘੇਰਿਆ ਸੀ, ਜਿਸ ਤੋਂ ਬਾਅਦ ਪ੍ਰਧਾਨ ਵੱਲੋਂ ਸਬ ਕਮੇਟੀ ਗਠਿਤ ਕਰ ਦਿੱਤੀ ਹੈ, ਜੋ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਕਰੇਗੀ। ਅਤੇ ਇਹੀ ਕਮੇਟੀ 51 ਮੁਲਾਜ਼ਮਾਂ ਨੂੰ ਮੁਅੱਤਲ ਕੀਤੇ ਗਏ ਹਨ ਅਤੇ ਮੁਲਾਜ਼ਮ ਬਹਾਲ ਕਰਨ ਵਾਲੇ ਕੋਈ ਫੈਸਲਾ ਵੀ ਲਏਗੀ। ਵਿੱਚ ਲਿਆਂਦੀ ਚਰਚਾ ਤੇ ਲਾ ਕਮਿਸ਼ਨ ਵੱਲੋਂ ਮੰਗੇ ਸੁਝਾਅ ਤੇ ਉਤਪੰਨ ਹੋਈ ਸਥਿਤੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਕਿ ਸਿੱਖਾਂ ਦੀ ਚੁਣੀ ਹੋਈ ਨੁਮਾਇੰਦਾ ਸੰਸਥਾ ਦੀ ਅੰਤਰ ਕਮੇਟੀ ਅਤੇ ਪੰਥਕ ਬੁੱਧੀਜੀਵੀਆਂ ਵੱਲੋਂ ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ ਇਸ ਮੁੱਦੇ ਤੇ ਪੂਰਨ ਸਹਿਮਤੀ ਕੀਤੀ ਗਈ ਕਿ ਯੂਨੀਫਾਰਮ ਸਿਵਲ ਕੋਡ ਦੇਸ਼ ਅੰਦਰ ਕਿਸੇ ਤਰ੍ਹਾਂ ਦੀ ਜ਼ਰੂਰਤ ਨਹੀਂ, ਜਦ ਕਿ ਸੰਵਿਧਾਨ ਵੀ ਅਨੇਕਤਾ ਵਿੱਚ ਏਕਤਾ ਦੇ ਸਿਧਾਂਤ ਨੂੰ ਮਾਨਤਾ ਦਿੰਦਾ ਹੈ। ਇਸ ਵਿਲੱਖਣਤਾ ਨੂੰ ਦੂਜੇ ਸ਼ਬਦਾਂ ਵਿੱਚ ਦੇਸ਼ ਦੇ ਲੋਕ ਮਾਣ ਮਹਿਸੂਸ ਕਰਦੇ ਹਨ। ਅਸੀਂ ਮਹਿਸੂਸ ਕਰਦੇ ਹਾਂ ਕਿ ਸਿੱਖਾਂ ਦਾ ਬਾਣਾ ਬਾਣੀ, ਬੋਲ ਬਾਲੇ, ਸਿਧਾਂਤ, ਪਰੰਪਰਾਵਾਂ, ਸਮਾਜਿਕ ਕਦਰਾਂ ਕੀਮਤਾਂ, ਜੀਵਨ ਜਾਚ, ਸਿੱਖੀ ਸੱਭਿਆਚਾਰ, ਸਿੱਖੀ ਦੀ ਸੁਤੰਤਰ ਹੋਂਦ ਅਤੇ ਵੱਖਰੀ ਪਹਿਚਾਣ ਨੂੰ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਪ੍ਰਵਾਨ ਨਹੀਂ। ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਸਿੱਖ ਮਰਿਆਦਾਵਾਂ ਨੂੰ ਕਿਸੇ ਦੁਨਿਆਵੀ ਕਾਨੂੰਨ ਦੀ ਕਸੌਟੀ ਤੇ ਨਹੀਂ ਪਰਖਿਆ ਜਾ ਸਕਦਾ। ਅਸੀਂ ਸਮਝਦੇ ਹਾਂ ਕਿ ਅਜਿਹੇ ਕਾਨੂੰਨ ਦੇਸ਼ ਦੀਆਂ ਘੱਟ ਗਿਣਤੀ ਲੋਕਾਂ ਦੀ ਹੋਂਦ, ਉਹਨਾਂ ਦੀਆਂ ਧਾਰਮਿਕ ਰਸਮਾਂ, ਪਰੰਪਰਾਵਾਂ ਤੇ ਸੱਭਿਆਚਾਰ ਦਾ ਘਾਣ ਕਰਨ ਦੇ ਤੁੱਲ ਹੋਵੇਗਾ। ਇਸ ਆਧਾਰ ਤੇ ਅਸੀਂ ਸ਼ਬਦਾਂ ਵਿੱਚ ਦੇਸ਼ ਦੀ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਯੂਨੀਫਾਰਮ ਸਿਵਲ ਕੋਡ ਦਾ ਸਖਤ ਵਿਰੋਧ ਕਰਦੇ ਹਾਂ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ 22ਵੇਂ ਲਾ ਕਮਿਸ਼ਨ ਤੋਂ ਪਹਿਲਾਂ 21ਵੇਂ ਲਾ ਕਮਿਸ਼ਨ ਨੇ ਯੂਨੀਫਾਰਮ ਸਿਵਲ ਕੋਡ ਨੂੰ ਮੁੰਡੋ ਰੱਦ ਕਰ ਦਿੱਤਾ ਸੀ, ਜਿਹਦੀ ਰਿਪੋਰਟ ਤੁਹਾਡੇ ਕੋਲ ਪਬਲਿਕਲੀ ਪਈ ਆ। ਉਹਨਾਂ ਵੱਲੋਂ ਇਹ ਦਲੀਲ ਦਿੱਤੀ ਗਈ ਸੀ ਕਿ ਅਜਿਹੇ ਕਾਨੂੰਨ ਦੀ ਨਾ ਲੋੜ ਹੈ ਤੇ ਨਾ ਹੀ ਸਾਰਥਕਤਾ ਹੈ। ਇਹ ਕਿਉਂਕਿ ਹੁਣ ਨਵਾਂ ਬਣਿਆ ਸੀ ਜਿਹੜਾ ਲਾ ਕਮਿਸ਼ਨ, ਉਹਦੇ ਤਹਿਤ ਨਹੀਂ ਕੀਤਾ। ਪਹਿਲੇ ਕਮਿਸ਼ਨ ਦੀ ਰਿਪੋਰਟ ਜਿਹੜੀ ਆਲਰੇਡੀ ਉਹ ਪਬਲਿਕ ਹੋ ਚੁੱਕੀ ਆ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ 'ਚ ਇੰਡਸਟਰੀ ਨੂੰ ਉਤਸ਼ਾਹਿਤ ਕਰਨ ਦੇ ਲਈ ਇੱਕ ਹੋਰ ਵੱਡਾ ਫੈਸਲਾ ਲੈਂਦਿਆਂ ਸੁਝਾਅ ਮੰਗੇ ਹਨ, ਜਿਸ ਲਈ ਉਹਨਾਂ ਨੇ ਇੱਕ ਨੰਬਰ ਤੇ ਇੱਕ ਈਮੇਲ ID ਜਾਰੀ ਕੀਤੀ ਹੈ। ਮੁੱਖ ਮੰਤਰੀ ਨੇ WhatsApp ਨੰਬਰ 81948 91948 ਨੰਬਰ ਜਾਰੀ ਕੀਤਾ ਹੈ, ਜਿਸ ਤੇ ਤੁਸੀਂ ਵੀ ਮੈਸੇਜ ਰਾਹੀਂ ਆਪਣੇ ਵਡਮੁੱਲੇ ਸੁਝਾਅ ਭੇਜ ਸਕਦੇ ਹੋ। ਇਸ ਤੋਂ ਇਲਾਵਾ punjabconsultation@gmail.com ਮੇਲ ID ਵੀ ਸ਼ੇਅਰ ਕੀਤੀ ਹੈ। ਉਹਨਾਂ ਕਿਹਾ ਕਿ ਇੰਡਸਟਰੀ ਨੂੰ ਅੱਗੇ ਲੈ ਕੇ ਜਾਣ ਦੇ ਲਈ ਤੁਹਾਡੇ ਸੁਝਾਵਾਂ ਦੀ ਲੋੜ ਹੈ। ਸਾਡੀ ਸਰਕਾਰ ਲੋਕਾਂ ਦੇ ਸੁਝਾਅ ਨਾਲ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਇੰਡਸਟਰੀ ਦੇ ਮਾਮਲੇ ਵਿੱਚ ਪੰਜਾਬ ਜਲਦ ਨੰਬਰ 1 ਸੂਬਾ ਅਖਲਾਏਗਾ। ਅਸੀਂ ਬਿਜਲੀ, ਆਮ ਆਦਮੀ ਕਲੀਨਿਕ ਤੇ ਨਹਿਰੀ ਪਾਣੀ ਬਾਰੇ ਲੋਕਾਂ ਤੋਂ ਸੁਝਾਅ ਮੰਗੇ ਕਿ ਕਿਸ ਤਰ੍ਹਾਂ ਇਹਨੂੰ ਲਾਗੂ ਕੀਤਾ ਜਾ ਸਕਦਾ ਹੈ। ਤੋ ਇੰਨੇ ਵਧੀਆ ਸੁਝਾਅ ਆਏ ਤੇ ਉਹਨਾਂ ਸੁਝਾਵਾਂ ਮੁਤਾਬਕ ਜਦੋਂ ਅਸੀਂ ਲਾਗੂ ਕੀਤੀ
ਉਹ ਸਹੂਲਤ, ਤਾਂ ਅੱਜ ਨਤੀਜੇ ਤੁਹਾਡੇ ਸਾਹਮਣੇ ਨੇ ਕਿ ਬਿਜਲੀ ਦੇ ਬਿੱਲ ਵੀ ਜ਼ੀਰੋ ਆ ਰਹੇ ਨੇ ਤੇ ਆਮ ਆਦਮੀ ਕਲੀਨਿਕ ਦੇ ਵਿੱਚ 35 ਲੱਖ ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਦਵਾਈਆਂ ਲੈ ਕੇ ਠੀਕ ਹੋ ਚੁੱਕੇ ਨੇ ਤੇ 40 ਸਾਲ ਬਾਅਦ ਨਹਿਰਾਂ ਦਾ, ਕੱਸੀਆਂ ਦਾ, ਸੂਇਆਂ ਦਾ ਪਾਣੀ ਜਿਹੜਾ ਹੈ ਉਹ ਲੋਕਾਂ ਦੇ ਖੇਤਾਂ 'ਚ ਪਹੁੰਚਿਆ। ਪੰਜਾਬ ਸਰਕਾਰ ਪੰਜਾਬ ਨੂੰ ਰੰਗਲਾ ਬਣਾਉਣ ਲਈ ਇੱਕ ਹੋਰ ਨਵੀਂ ਪਹਿਲ ਕਰਨ ਜਾ ਰਹੀ ਹੈ। ਅਸੀਂ ਉਦਯੋਗਪਤੀਆਂ ਨੂੰ, ਇੰਡਸਟਰੀਲਿਸਟ ਨੂੰ, ਉਹਨਾਂ ਨੂੰ ਵੀ ਅਸੀਂ ਇੱਥੇ ਲੈ ਕੇ ਆਉਣਾ, ਜਿਹੜੇ ਇੱਥੇ ਹੈਗੇ ਨੇ ਉਹਨਾਂ ਨੂੰ ਫੈਕਟਰੀਆਂ ਚਲਾਉਣ ਲਈ ਚੰਗਾ ਮਾਹੌਲ ਦੇਣਾ। ਅਸੀਂ ਉਹਨਾਂ ਦੇ ਸੁਝਾਅ ਵੀ ਮੰਗਦੇ ਹਾਂ ਤਾਂ ਕਿ ਪੰਜਾਬ ਦੇ ਵਿੱਚ ਬਿਜ਼ਨਸ ਫਰੈਂਡਲੀ ਇਨਫਰਾਸਟਰਕਚਰ ਜਿਹੜਾ ਹੈ ਉਹ ਕਾਇਮ ਕਰ ਸਕੀਏ, ਉਹਨਾਂ ਨੂੰ ਚੰਗਾ ਮਾਹੌਲ ਮਿਲੇ ਕੰਮ ਕਰਨ ਦਾ। ਕਿਉਂਕਿ ਜਦੋਂ ਵਪਾਰ ਵਧੂਗਾ ਫੁੱਲੂਗਾ ਤਾਂ ਰੈਵਨਿਊ ਵੀ ਆਊਗਾ, ਲੋਕਾਂ ਨੂੰ ਰੋਜ਼ਗਾਰ ਵੀ ਮਿਲੂਗਾ। ਤੇ ਇਸ ਕੰਮ ਲਈ ਅਸੀਂ ਅੱਜ ਇੱਕ WhatsApp ਨੰਬਰ ਤੇ ਇੱਕ ਈਮੇਲ ID ਜਾਰੀ ਕਰ ਰਹੇ ਹਾਂ ਤਾਂ ਕਿ ਜਿਹੜੇ ਵਪਾਰੀ ਨੇ ਉਹ ਸਿੱਧੇ ਸਾਨੂੰ ਸੁਝਾਅ ਦੇਣ ਤੇ ਅਸੀਂ ਉਹਨਾਂ ਸੁਝਾਵਾਂ ਮੁਤਾਬਕ ਆਪਣੀਆਂ ਜਿਹੜੀਆਂ ਪਾਲਿਸੀਜ਼ ਬਣਾਵਾਂਗੇ। WhatsApp ਦਾ ਨੰਬਰ ਹੈ 81948 91948 81948 91948। ਇਹ ਸਕਰੀਨ 'ਤੇ ਨੰਬਰ ਵੀ ਚੱਲ ਰਿਹਾ, ਨਾਲ ਈਮੇਲ ID ਵੀ ਚੱਲ ਰਹੀ ਹੈ। ਤੁਸੀਂ ਇਸ ਫ਼ੋਨ ਨੰਬਰ 'ਤੇ ਸਾਨੂੰ ਸੁਝਾਅ ਭੇਜੋ ਕਿ ਇੰਡਸਟਰੀ ਨੂੰ ਕਿਵੇਂ ਹੋਰ ਪ੍ਰਮੋਟ ਕੀਤਾ ਜਾ ਸਕਦਾ ਹੈ, ਵਧੀਆ ਮਾਹੌਲ ਬਿਜ਼ਨਸ ਦਾ ਕਿਵੇਂ ਕ੍ਰੀਏਟ ਕੀਤਾ ਜਾ ਸਕਦਾ ਹੈ। ਅਸੀਂ ਉਸ ਹਿਸਾਬ ਨਾਲ ਆਪਣੀਆਂ ਪਾਲਿਸੀਜ਼ ਬਣਾਵਾਂਗੇ ਤੇ ਜ਼ਿਆਦਾ ਤੋਂ ਜ਼ਿਆਦਾ ਵਪਾਰ ਇੱਥੇ ਆਊਗਾ, ਇੰਡਸਟਰੀ ਇੱਥੇ ਆਊਗੀ, ਲੱਖਾਂ ਦੀ ਗਿਣਤੀ 'ਚ ਸਾਡੇ ਨੌਜਵਾਨ ਮੁੰਡੇ ਕੁੜੀਆਂ ਨੂੰ ਕੰਮ ਵੀ ਮਿਲੂਗਾ, ਰੈਵਨਿਊ ਵੀ ਆਊਗਾ ਸਰਕਾਰ ਨੂੰ ਤੇ ਨਾਲ ਨਾਲ ਪੰਜਾਬ ਜਿਹੜਾ ਹੈ ਉਹ ਨੰਬਰ 1 ਸੂਬਾ ਬਣਨ ਦੀ ਰਾਹ ਦੇ ਉੱਤੇ ਮੋਹਰੀ ਹੋ ਕੇ ਚੱਲੂਗਾ। ਇਨਕਲਾਬ ਜ਼ਿੰਦਾਬਾਦ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਵਿਦੇਸ਼ਾਂ ਵਿੱਚ ਬੈਠੇ ਖਾਲਿਸਤਾਨ ਪੱਖੀ ਸਮਰਥਕਾਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਨੈਸ਼ਨਲ ਏਜੰਸੀ ਨੇ ਮੋਸਟ ਵਾਂਟਡ ਲਿਸਟ ਜਾਰੀ ਕੀਤੀ ਹੈ, ਜਿਸ ਦੇ ਵਿੱਚ ਕਰੀਬ 21 ਲੋਕਾਂ ਦੇ ਨਾਮ ਦਰਜ ਕੀਤੇ ਨੇ। ਇਸ ਸੂਚੀ ਵਿੱਚ ਕੈਨੇਡਾ, ਅਮਰੀਕਾ ਅਤੇ ਪਾਕਿਸਤਾਨ ਵਿੱਚ ਮੌਜੂਦ ਲੋਕਾਂ ਦੇ ਨਾਮ ਸ਼ਾਮਲ ਨੇ। ਇਹਨਾਂ ਖਾਲਿਸਤਾਨੀਆਂ ਦੇ ਨਾਵਾਂ ਨਾਲ ਫੋਟੋਆਂ NIA ਦੀ ਵੈਬਸਾਈਟ ਤੇ ਪਾਈਆਂ ਗਈਆਂ ਹਨ। ਇਸ ਵਿੱਚ ਲਖਬੀਰ ਸਿੰਘ ਲੰਡਾ, ਮਨਦੀਪ ਸਿੰਘ, ਸਤਨਾਮ ਸਿੰਘ, ਅਮਰੀਕ ਸਿੰਘ ਵਰਗੇ ਖਾਲਿਸਤਾਨੀ ਪੱਖੀ ਸਮਰਥਕਾਂ ਦੇ ਨਾਮ ਤੇ ਵੇਰਵੇ ਵੀ ਸ਼ਾਮਲ ਨੇ। NIA ਦੇ ਸੂਤਰਾਂ ਮੁਤਾਬਕ ਵਿਦੇਸ਼ਾਂ ਵਿੱਚ ਬੈਠੇ ਖਾਲਿਸਤਾਨੀਆਂ ਖਿਲਾਫ ਚੋਣਵੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ। ਜਲਦ ਹੀ 17 ਜੁਲਾਈ ਤੋਂ ਬਾਅਦ NIA ਦੀ 5 ਮੈਂਬਰੀ ਟੀਮ ਅਮਰੀਕਾ ਦੇ ਸੈਨ ਫਰਾਂਸਿਸਕੋ ਜਾਵੇਗੀ, ਜਿੱਥੇ ਉਹ ਵਣਜ ਦੂਤ ਘਰ ਵਿੱਚ ਹੋਏ ਹਮਲੇ ਦੀ ਜਾਂਚ ਕਰੇਗੀ। ਇਹ ਹਮਲਾ ਖਾਲਿਸਤਾਨ ਸਮਰਥਕਾਂ ਨੇ ਕੀਤਾ ਸੀ। ਖੂਫੀਆ ਸੂਤਰਾਂ ਮੁਤਾਬਕ ਸੂਤਰਾਂ ਏਜੰਸੀਆਂ ਨੇ NIA ਇੰਟੈਲੀਜੈਂਸ ਬਿਊਰੋ ਅਤੇ ਸੂਬਾ ਪੁਲਿਸ ਨਾਲ ਮਿਲ ਕੇ ਇੱਕ ਜੂਡੀਅਰ ਤਿਆਰ ਕੀਤਾ ਹੈ, ਜਿਸ ਵਿੱਚ NIA ਨੇ ਬਰਤਾਨੀਆ, ਅਮਰੀਕਾ ਤੇ ਕੈਨੇਡਾ ਦੇ ਦੂਤਵਾਸ ਉੱਤੇ ਹਾਲ ਵਿੱਚ ਹੋਏ ਹਮਲੇ ਸੰਬੰਧੀ ਖਾਲਿਸਤਾਨ ਪੱਖੀ ਲੋਕਾਂ ਨੂੰ ਪੂਰੀ ਸੂਚੀ ਤਿਆਰ ਕੀਤੀ ਹੈ। ਸ਼ੁੱਕਰਵਾਰ ਨੂੰ ਰਾਤ ਕਰੀਬ 9 ਵਜੇ ਪਾਣੀਪਤ ਜ਼ਿਲ੍ਹੇ ਦੇ ਸਲਾਮਖਾ ਥਾਣਾ ਖੇਤਰ 'ਚ CI ਸਟਾਫ ਦੇ 2 ਪੁਲਿਸ ਟੀਮ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ। ਗੋਲੀ ਲੱਗਣ ਨਾਲ ਇੱਕ ਬਦਮਾਸ਼ ਦੀ ਮੌਕੇ ਤੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਮੁਲਜ਼ਮ ਪ੍ਰਿਯਵਰਤ ਫੌਜੀ ਦੇ ਛੋਟੇ ਭਰਾ ਰਾਕੇਸ਼ ਉਰਫ ਰਾਕਾ ਵਜੋਂ ਹੋਈ ਹੈ। ਇੱਕ ਹੋਰ ਜ਼ਖਮੀ ਹੋ ਗਿਆ। ਦੱਸਿਆ ਜਾਂਦਾ ਹੈ ਕਿ ਮਾਰਿਆ ਗਿਆ ਅਪਰਾਧੀ ਰਾਕੇਸ਼ ਉਰਫ ਰਾਕਾ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਸ਼ਾਮਲ ਗੈਂਗਸਟਰ ਪ੍ਰਿਯਵਰਤ ਫੌਜੀ ਦਾ ਛੋਟਾ ਭਰਾ ਸੀ। ਪ੍ਰਿਯਵਰਤ ਫੌਜੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ ਦਾ ਸ਼ੂਟਰ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਰਾਤ ਕਰੀਬ 9 ਵਜੇ ਪਾਣੀਪਤ ਜ਼ਿਲ੍ਹੇ ਦੇ ਸਮਾਲਖਾ ਥਾਣਾ ਖੇਤਰ CIA ਦੀ ਪੁਲਿਸ ਮੁਲਾਜ਼ਮ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਸੀ। ਗੋਲੀ ਲੱਗਣ ਨਾਲ ਇੱਕ ਬਦਮਾਸ਼ ਦੀ ਮੌਕੇ ਤੇ ਮੌਤ ਹੋ ਗਈ। ਉਸ ਦੀ ਪਛਾਣ ਸਿੱਧੂ ਮੂਸੇਵਾਲਾ ਕਤਲ ਕੇਸ ਮੁਲਜ਼ਮ ਪ੍ਰਿਯਵਰਤ ਫੌਜੀ ਦੇ ਛੋਟੇ ਭਰਾ ਵਜੋਂ ਹੋਈ ਹੈ। ਦੂਜਾ ਬਦਮਾਸ਼ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਪਾਣੀਪਤ ਦੇ ਜਨਰਲ ਹਸਪਤਾਲ ਲਿਆਂਦਾ ਗਿਆ। ਉੱਥੋਂ ਉਸ ਨੂੰ ਰੋਹਤਕ PGI ਰੈਫਰ ਕਰ ਦਿੱਤਾ ਗਿਆ। ਇਹ ਘਟਨਾ ਸਲਾਮਖਾ ਤੋਂ ਨਰੂਆਣਾ ਨੂੰ ਜਾਂਦੇ ਰਸਤੇ ਟੋਡਪੁਰ ਮੋੜ ਨੇੜੇ ਵਾਪਰੀ ਹੈ। आज हमारी CIA टीम की 2 बदमाशों के साथ मुठभेड़ हुई है। ये 2 बदमाश पानीपत के जो व्यापारियों से रंगदारी मांगने के मामलों में वांछित थे। इसके अलावा इन्होंने इसी दौरान कुरुक्षेत्र में भी एक गोलीबारी की थी। एक व्यक्ति पे जो ऑडी कार में जा रहे थे फैमिली के साथ, उनके ऊपर गोलियां चलाई थी और उस केस में भी ये दोनों वांटेड थे।
इन दोनों की पहचान वहाँ पे मोटरसाइकिल पे सीसीटीवी फुटेज है उसके द्वारा हुई थी। इसमें से एक का नाम राकेश उर्फ जो कि गढ़ी सिसाना सोनीपत का रहने वाला है, और दूसरा सोनू जाट जो कि पानीपत का रहने वाला है। तो मुठभेड़ में हुई, इनको इन्होंने हमारी पुलिस टीम की गोलीबारी की और जवाब में इनके पैरों में गोली लगी थी। तो पैरों में गोली लगी और इनको फिर तुरंत ही यहाँ पे हॉस्पिटल में रेफ़र किया गया। हमारी टीम ने तुरंत एम्बुलेंस बुला के इनको हॉस्पिटल में बुलाया। यहाँ पे आने के बाद में एक व्यक्ति जो राकेश उर्फ है, उसकी अनफॉर्चुनेटली बड़ी दुखद बात है कि उसकी मृत्यु हो गई। डॉक्टर साहब को कहा है कि इसकी पूरी वीडियोग्राफी करके, फोटोग्राफी करके इसकी जितनी भी इंजरीज़ है इसको हम क्लियर करें। तो अभी तक प्रिलिमिनरी बताया है कि इनके केवल पैर पे चोट के निशान हैं, उसके अलावा पूरे शरीर पे कहीं भी नहीं है। तो पोस्टमार्टम में क्लियर होगा कि किस वजह से हुई, क्या शॉक की वजह से हुई है या किस वजह से हार्ट अटैक है, शॉक है, किस वजह से इनकी मृत्यु हुई है। तो कल पोस्टमार्टम के बाद सर ये प्रियव्रत का भाई बताया जा रहा है। राकेश उर्फ का ये प्रियव्रत का भाई, प्रियव्रत फौजी जो सिद्धू मूसेवाला मर्डर में जो जेल में है अभी करनाल में, उसका भाई। और सर इसका दूसरा जो सोनू जाट है उसका भी कोई क्रिमिनल रिकॉर्ड है? हाँ, उसके खिलाफ भी मुकदमे हैं। और साथ में जो ये रंगदारी मांगने के मामले, कुरुक्षेत्र में जो फायरिंग करके रंगदारी मांगने के, वहाँ पे भी उन्होंने फायरिंग की और उसके बाद में वहाँ पे तुरंत बाद उनसे रंगदारी 1 करोड़ रुपए की रंगदारी मांगी गई थी। तो इस तरह के मामलों में ये वांछित चल रहे थे और आज ये घटना। सर जिस गाड़ी में ये लोग थे वो चोरी की है? वो अभी तक जांच चल रही है, उसके बारे में क्लियर करके बता दिया जाएगा। ਪੰਜਾਬ ਦੀ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ, ਗਵਰਨੈਂਸ, ਰਿਫਾਰਮੈਂਟ, ਪ੍ਰਿੰਟਿੰਗ ਅਤੇ ਸਟੇਸ਼ਨਰੀ ਸ਼ਿਕਾਇਤਾਂ ਦੇ ਰੁਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਮੰਤਰੀ ਅਮਨ ਅਰੋੜਾ ਨੇ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਲਈ ਫਤਿਹਗੜ੍ਹ ਸਾਹਿਬ ਬਚਤ ਭਵਨ ਵਿਖੇ ਪੁੱਜੇ ਅਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਅਧਿਕਾਰੀਆਂ ਨੂੰ ਕਿਹਾ ਗਿਆ ਕਿ ਵਿਕਾਸ ਕਾਰਜਾਂ ਸੰਬੰਧੀ ਅਤੇ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਦਾ ਲਾਭ ਦੇਣ ਸੰਬੰਧੀ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਏਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਪਿੰਡਾਂ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਬਾਰੇ ਟੀਮ ਬਣਾ ਕੇ ਸਰਵੇ ਕਰਵਾਇਆ ਜਾਏਗਾ ਅਤੇ ਹੋਣ ਵਾਲੇ ਕੰਮਾਂ ਦਾ ਐਸਟੀਮੇਟ ਤਿਆਰ ਕੀਤਾ ਜਾਏਗਾ ਜੋ ਇਹ ਵਿਕਾਸ ਕਾਰਜ ਸਮੇਂ ਸਿਰ ਸ਼ੁਰੂ ਕੀਤੇ ਜਾਣ ਅਤੇ ਮੁਕੰਮਲ ਕੀਤੇ ਜਾਣ। ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਦਿੱਤੀਆਂ ਜਾਂਦੀਆਂ ਗ੍ਰਾਂਟਾਂ ਨਾਲ ਇਹ ਕੰਮ ਸੁਚੱਜੇ ਢੰਗ ਨਾਲ ਮੁਕੰਮਲ ਕੀਤੇ ਜਾ ਸਕਣਗੇ। ਮੀਟਿੰਗ ਉਪਰੰਤ ਮੀਡੀਆ ਵੱਲੋਂ ਅਣਅਧਿਕਾਰਿਤ ਕਲੋਨੀਆਂ ਬਾਰੇ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਕੁਝ ਲੀਡਰਾਂ, ਕੁਝ ਅਧਿਕਾਰੀਆਂ ਤੇ ਕੁਝ ਕਲੋਨਾਈਜ਼ਰ ਨੇ ਆਪਣੇ ਫਾਇਦੇ ਲਈ ਅਣਅਧਿਕਾਰਿਤ ਕਲੋਨੀਆਂ ਕੱਟੀਆਂ, ਜਿਸ ਦਾ ਖਾਮਿਆਜ਼ਾ ਅੱਜ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਸਾਡੀ ਸਰਕਾਰ ਨੇ ਕਲੋਨੀਆਂ ਕੱਟਣ ਲਈ ਪੈਰੋਲ ਜਾਰੀ ਕੀਤਾ ਹੈ ਅਤੇ ਜੇਕਰ ਕੋਈ ਛੋਟੀ ਕਲੋਨੀ ਕੱਟਣਾ ਚਾਹੁੰਦਾ ਹੈ ਤਾਂ ਉਹ ਆਪਣੇ ਮੁਕੰਮਲ ਕਾਗਜ਼ਾਂ ਸਮੇਤ ਕਾਰਵਾਈ ਜਮ੍ਹਾਂ ਕਰਵਾਏ 15 ਦਿਨਾਂ ਦੇ ਅੰਦਰ NOC ਹਾਸਲ ਕਰ ਸਕਦਾ ਹੈ। ਅਮਨ ਅਰੋੜਾ ਨੇ ਦੱਸਿਆ ਕਿ ਸਰਕਾਰ ਵੱਲੋਂ ਪਾਲਿਸੀ ਦੇ ਦੂਜੇ ਫੇਜ਼ ਵਿੱਚ ਪੰਜਾਬ ਦੇ 57,073 ਪਿੰਡਾਂ ਨੂੰ ਲਿਸਟ ਵਿੱਚ ਕੱਢਿਆ ਗਿਆ ਜਿੱਥੇ ਕਿ NOC ਲੈਣ ਦੀ ਜ਼ਰੂਰਤ ਨਹੀਂ ਹੋਏਗੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਵਿਚਾਰ ਰਹੇ ਹਨ ਅਤੇ ਛੇਤੀ ਹੀ ਇਸ ਦਾ ਹੱਲ ਕੀਤਾ ਜਾਏਗਾ। ਜਿਹੜੀ ਕਾਲੋਨੀ ਆਉਣਾ ਥੋੜਾ ਇਸਦੇ ਜੋ ਉਹਦੀ ਦਿੱਕਤ ਆਉਣੀ ਹੈ, ਆਹੀ ਤਾਂ ਅਸੀਂ ਲੋਕਾਂ ਨੂੰ ਕਹਿ ਰਹੇ ਹਾਂ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਜੋ ਲੀਡਰਾਂ ਨੇ ਜਾਂ ਕੁਝ ਅਫਸਰਾਂ ਨੇ ਜਾਂ ਕੋਲੋਨਾਈਜ਼ਰਸ ਨੇ ਗਲਤ ਕੋਲੋਨਾਈਜੇਸ਼ਨ ਕੀਤੀ ਹੈ, ਜਿਹਦੀ ਵਜ੍ਹਾ ਕਰਕੇ ਇੱਕ ਅਰਬਨ ਜੰਗਲ ਹੈ ਜਿਹੜਾ ਉਹ ਬਣਿਆ ਪਿਆ ਹੈ। ਉਸ ਤੋਂ ਪੰਜਾਬ ਨੂੰ ਮਗਰ ਹਟਣਾ ਪਊਗਾ, ਉਹ ਤੋਂ ਖੜਾ ਜਿਹੜਾ ਉਹ ਛੁਡਾਉਣਾ ਪਊਗਾ। ਇਹਦੇ ਵਾਸਤੇ ਪਿਛਲੇ ਸਮੇਂ ਦੇ ਵਿੱਚ ਅਸੀਂ ਇੱਕ ਅਫੋਰਡੇਬਲ ਹਾਊਸਿੰਗ ਦੀ ਪੋਲਿਸੀ ਜਿਹੜੀ ਉਹ ਲਿਆ ਚੁੱਕੇ ਹਾਂ। ਉਹਦੇ ਤਹਿਤ ਜੇ ਕਿਸੇ ਨੇ ਛੋਟੀ ਕਲੋਨੀ ਕੱਟਣੀ ਹੈ ਤਾਂ ਉਹ ਕੱਟੇ। ਬਾਕੀ ਅਸੀਂ ਸਿਸਟਮ ਹੈ ਜਿਹੜਾ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਇੰਨਾ ਸਿਸਟਮ ਸੌਖਾ, ਸਰਲ, ਟਰਾਂਸਪੇਰੈਂਟ ਔਰ ਅਕਾਊਂਟੇਬਲ ਕਰ ਦਿੱਤਾ। ਫੀਸਾਂ ਵੀ ਨੇ ਜਿਹੜੀਆਂ ਉਹ ਅਫੋਰਡੇਬਲ ਹਾਊਸਿੰਗ ਦੀਆਂ ਘਟਾ ਦਿੱਤੀਆਂ। ਉਹਦੇ ਵਿੱਚ ਜਾਓ, ਜਿਹੜੇ ਇਲੀਗਲ ਕਲੋਨੀਆਂ ਕੱਟੀਆਂ ਹੋਈਆਂ ਨੇ ਉਹਦੇ ਵਿੱਚ ਕੁਛ ਦਾ ਹੱਲ ਹੈ ਜਿਹੜਾ ਉਹ ਹੋ ਚੁੱਕਿਆ, ਜਿਹਦੇ ਵਿੱਚ ਅਸੀਂ ਪਹਿਲੇ ਫੇਜ਼ ਦੇ ਵਿੱਚ ਇੱਕ ਪੋਰਟਲ ਲਾਂਚ ਕੀਤਾ ਸੀਗਾ ਕਿ ਤੁਸੀਂ ਪੋਰਟਲ ਦੇ ਉੱਪਰ ਆਪਣੇ ਡਾਕੂਮੈਂਟੇਸ਼ਨ ਪੂਰੀ ਕਰੋ, ਵਿਦਿਨ 50 ਡੇਜ਼ ਤੁਹਾਨੂੰ NOC ਜਿਹੜਾ ਉਹ ਮਿਲ ਜਾਏਗਾ, ਤੁਸੀਂ ਆਪਦੀ ਰਜਿਸਟਰੀ ਵਗੈਰਾ ਜੋ ਕਰਾਉਣਾ ਕਰਾਓ। ਫਿਰ 5773 ਪਿੰਡ ਨੇ ਜਿਹੜੇ ਉਹ ਅਸੀਂ ਪੂਰੇ ਪੰਜਾਬ ਦੇ ਜਿਹੜੇ 5773 ਪਿੰਡ ਸੀ ਅਸੀਂ ਉਸ ਲਿਸਟ ਦੇ ਵਿੱਚ ਆਊਟ ਕਰਤੇ, ਉੱਥੇ ਤੁਹਾਨੂੰ NOC ਦੀ ਲੋੜ ਨਹੀਂ ਹੈਗੀ। ਬਾਕੀ ਜਿਹੜਾ ਹੈਗਾ ਉਹਦੇ ਉੱਪਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਖੁਦ ਆਪ ਕੰਮ ਹੈ ਜਿਹੜਾ ਕਰ ਰਹੇ ਨੇ, ਰਿਵਿਊ ਕਰ ਰਹੇ ਨੇ। ਬਾਕੀ ਪੰਜਾਬ ਦੇ ਵਿੱਚ ਵੀ ਇਹ ਇਸ਼ੂ ਹੈ ਜਿਹੜੇ ਜਲਦੀ ਐਡਰੈਸ ਹੋ ਜਾਣ। ਤੇ ਕਮਰਸ਼ੀਅਲ NOC ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਆਮ ਪਬਲਿਕ ਨੂੰ। ਕਮਰਸ਼ੀਅਲ NOC ਮੀਨਸ ਜਿੱਦਾਂ ਕੋਈ ਸ਼ਾਪਸ ਵਗੈਰਾ ਦੀ ਹੁੰਦੀ ਹੈ ਜੀ, ਕਮਰਸ਼ੀਅਲ ਲੈਂਡ ਦੀ NOC ਵਾਸਤੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਉਹ ADC ਲੈਵਲ ਤੇ ਹੁੰਦੀ ਹੈ ਜੀ, ਤੇ ADC ਆਲਰੇਡੀ ਬਿਜ਼ੀ ਹੁੰਦੇ ਨੇ। ਬਿਜ਼ੀ ਦਾ ਸਵਾਲ ਨਹੀਂ ਹੈ ਜੀ, ਜੇ ਡਾਕੂਮੈਂਟਸ ਪੂਰੇ ਨੇ ਤੇ ਉਹ ਸਾਰੇ
ਪਾਲਿਸੀ ਪੈਰਾਮੀਟਰਸ ਦੇ ਵਿੱਚ ਬੰਦਾ ਫਾਲ ਕਰਦਾ ਹੈ ਫਿਰ ਦਿੱਕਤ ਕੋਈ ਨਹੀਂ ਆਊਗੀ। ਏਡੀਸੀ ਚਾਹੇ ਬਿਜ਼ੀ ਹੋਣ ਨਾ ਹੋਣ, ਦੈਟ ਇਜ਼ ਅ ਮਟੀਰੀਅਲ। ਜੇ ਕੋਈ ਉਹਦੇ ਵਿੱਚ ਫਾਲ ਹੀ ਨਹੀਂ ਕਰਦਾ ਹੈਗਾ, ਡਾਕੂਮੈਂਟਸ ਦੀ ਕਮੀ ਹੈ, ਠੀਕ ਹੈ ਨਾ, ਤੇ ਫਿਰ ਤਾਂ ਆਬਵੀਅਸਲੀ ਟਾਈਮ ਲੱਗਣਾ ਹੀ ਲੱਗਣਾ। ਇੱਕ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀਆਂ ਫਤਿਹਗੜ੍ਹ ਸਾਹਿਬ ਦੀਆਂ ਸੜਕਾਂ ਸੀ, 5 ਸੜਕਾਂ ਨੂੰ ਪੱਕਾ ਤੇ ਵਧੀਆ ਬਣਾਉਣ ਦਾ ਕਿਹਾ ਗਿਆ ਸੀਗਾ, ਤੇ ਫਤਿਹਗੜ੍ਹ ਸਾਹਿਬ ਦੀ ਜਿਹੜੀ ਮੇਨ ਸੜਕ ਹੈ ਜਿਹੜੀ ਬੱਸੀ ਤੋਂ ਆ ਰਹੀ ਹੈ, ਉਹ 7 ਮਹੀਨੇ 'ਚ ਦਸੰਬਰ ਦੇ ਨੇੜੇ ਬਣੀ ਸੀ, 7 ਮਹੀਨੇ 'ਚ ਟੁੱਟ ਗਈ ਜੀ। ਕੋਈ ਕਾਰਵਾਈ ਵਗੈਰਾ ਹੋਏਗੀ ਜੀ? ਨਹੀਂ ਉਹ ਜਿਹੜੀ ਆਪਣੀ 5 ਸੜਕਾਂ ਜੋ ਵੀ ਵੈਸੇ ਰਿਪੇਅਰ ਸੀ। ਅੱਛਾ ਮੈਡਮ ਦੇਖੋ ਜੀ, ਜਿਹੜੀ ਰਿਪੇਅਰ ਕੋਈ ਨਹੀਂ ਜੀ, ਚੰਗੀ ਗੱਲ ਹੈ, ਧਿਆਨ 'ਚ ਲਿਆਂਦਾ ਮੈਡਮ, ਡੀਸੀ ਮੈਡਮ ਉਹਦੇ ਫੋਲੋ ਅਪ ਕਰਨਗੇ। ਵਿਸ਼ਵ ਬੈਂਕ ਦੇ ਪ੍ਰਧਾਨ ਅਜੇਪਾਲ ਸਿੰਘ ਬੰਗਾ ਨੇ ਅਗਲੇ ਹਫਤੇ ਅਹਿਮਦਾਬਾਦ ਵਿੱਚ G20 ਮੰਤਰੀਆਂ ਤੇ ਕੇਂਦਰੀ ਬੈਂਕ ਗਵਰਨਰਾਂ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਭਾਰਤ ਦਾ ਦੌਰਾ ਕਰਨਗੇ। ਵਿਸ਼ਵ ਬੈਂਕ ਦੇ ਪ੍ਰਧਾਨ ਤੇ ਅਹੁਦਾ ਸੰਭਾਲਣ ਤੋਂ ਬਾਅਦ ਬੰਗਾ ਦੀ ਇਹ ਪਹਿਲੀ ਭਾਰਤ ਯਾਤਰਾ ਹੋਏਗੀ। ਭਾਰਤੀ ਅਮਰੀਕੀ ਅਜੇ ਬੰਗਾ ਨੇ ਜੂਨ ਵਿੱਚ ਵਿਸ਼ਵ ਦੇ ਬੈਂਕ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ਸੀ। ਇਸ ਦੇ ਨਾਲ ਹੀ ਉਹ ਗਲੋਬਲ ਵਿੱਤੀ ਸੰਸਥਾਵਾਂ, ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ ਵਿੱਚੋਂ ਕਿਸੇ ਇੱਕ ਦੀ ਪ੍ਰਧਾਨਗੀ ਰੱਖਣ ਵਾਲੇ ਭਾਰਤੀ ਮੂਲ ਦੇ ਪਹਿਲੇ ਵਿਅਕਤੀ ਬਣ ਗਏ ਹਨ। ਭਾਰਤ ਇਸ ਸਮੇਂ G20 ਦੀ ਪ੍ਰਧਾਨਗੀ ਸੰਭਾਲ ਰਿਹਾ ਹੈ। ਗੁਜਰਾਤ ਜੁਲਾਈ ਦੇ ਪਹਿਲੇ 2 ਹਫ਼ਤਿਆਂ ਵਿੱਚ G20 ਮੀਟਿੰਗਾਂ ਵਿੱਚ ਮੇਜ਼ਬਾਨੀ ਕਰੇਗਾ। ਅਧਿਕਾਰੀਆਂ ਅਨੁਸਾਰ ਇਹ ਮੀਟਿੰਗਾਂ ਵਪਾਰਕ ਪ੍ਰਤੀਨਿਧੀਆਂ ਨੂੰ ਵੱਖ-ਵੱਖ ਆਰਥਿਕ ਅਤੇ ਵਪਾਰਕ ਵਿਸ਼ਿਆਂ ਤੇ ਆਪਣੇ ਵਿਚਾਰ ਅਤੇ ਨੀਤੀਗਤ ਸਿਫਾਰਸ਼ਾਂ ਸਾਂਝੀਆਂ ਕਰਨ ਦਾ ਮੌਕਾ ਪ੍ਰਦਾਨ ਕਰਨਗੀਆਂ। ਉਹਨਾਂ ਕਿਹਾ ਕਿ ਇਹ ਮੀਟਿੰਗਾਂ ਆਲਮੀ ਆਰਥਿਕ ਏਜੰਡੇ ਅਤੇ ਨੀਤੀ ਨੂੰ ਰੂਪ ਦੇਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ। ਭਾਰਤੀ ਫੌਜ ਨੇ ਸਿੰਧ ਨਦੀ ਨੂੰ ਪਾਰ ਕਰਨ ਦੇ ਲਈ ਦੁਸ਼ਮਣਾਂ ਦੇ ਟਿਕਾਣਿਆਂ ਤੇ ਹਮਲਾ ਕਰਨ ਲਈ ਪੂਰਬੀ ਲੱਦਾਖ ਵਿੱਚ ਅਭਿਆਸ ਕੀਤਾ। ਫੌਜ ਦੇ T-90 ਅਤੇ T-72 ਟੈਂਕਾਂ ਨੇ ਆਪਣੇ ਜੌਹਰ ਦਿਖਾਏ। ਫੌਜ ਦੇ ਅਧਿਕਾਰੀਆਂ ਨੇ ਕਿਹਾ ਕਿ ਅਜਿਹੇ ਅਭਿਆਸ ਹੰਗਾਮੀ ਸਥਿਤੀਆਂ ਦੀ ਤਿਆਰੀ ਲਈ ਕੀਤੇ ਜਾਂਦੇ ਨੇ। ਭਾਰਤੀ ਫੌਜ 16,000 ਫੁੱਟ ਦੀ ਉਚਾਈ ਤੇ ਵੱਡੀ ਗਿਣਤੀ ਵਿੱਚ ਟੈਂਕਾਂ ਨਾਲ ਕੰਮ ਕਰਨ ਲਈ ਦੁਨੀਆ ਦੀਆਂ ਕੁਝ ਫੌਜਾਂ ਵਿੱਚੋਂ ਇੱਕ ਹੈ। ਜਦੋਂ ਚੀਨੀ ਫੌਜ ਨੇ ਪੂਰਬੀ ਲੱਦਾਖ ਸੈਕਟਰ ਵਿੱਚ ਆਪਣੇ ਸਿਖਲਾਈ ਅਭਿਆਸ ਸੈਨਿਕਾਂ ਨੂੰ ਵਾਪਸ ਲੈ ਕੇ ਹਮਲਾਵਰਾਂ ਦਿਖਾਉਣੀਆਂ ਸ਼ੁਰੂ ਕੀਤੀਆਂ ਸਨ, ਭਾਰਤੀ ਫੌਜ ਨੇ ਪੂਰਬੀ ਲੱਦਾਖ ਸੈਕਟਰ ਵਿੱਚ ਵੱਡੀ ਗਿਣਤੀ ਵਿੱਚ ਟੈਂਕ ਅਤੇ ਬਖਤਰਬੰਦ ਲੜਾਕੂ ਵਾਹਨਾਂ ਨੂੰ ਲਿਆਂਦਾ ਸੀ। ਇਸ ਤੋਂ ਪਹਿਲਾਂ ਭਾਰਤੀ ਫੌਜ ਪਾਕਿਸਤਾਨ ਦੇ ਮੋਰਚੇ ਅਤੇ ਪੰਜਾਬ ਸੈਕਟਰ ਵਿੱਚ ਵੱਡੇ ਪੱਧਰ ਤੇ ਅਜਿਹੇ ਅਭਿਆਸ ਕਰਦੀ ਸੀ, ਕਿਉਂਕਿ ਮੰਨਿਆ ਜਾਂਦਾ ਸੀ ਕਿ ਇਹ ਟੈਂਕ ਲੜਾਈ ਮੈਦਾਨ ਅਤੇ ਰੇਗਿਸਤਾਨ ਇਲਾਕਿਆਂ 'ਚ ਹੀ ਹੋਣਗੀਆਂ। ਪਰ ਹੁਣ ਸਥਿਤੀ ਬਦਲ ਗਈ ਹੈ। 2013-14 ਵਿੱਚ ਪੂਰਬੀ ਲੱਦਾਖ ਵਿੱਚ ਟੈਂਕ ਅਤੇ ਹੋਰ ਬਣਤਰ ਵਾਲੀਆਂ ਬ੍ਰਿਗੇਡ ਫੋਰਸ ਨੂੰ ਵਿੱਚ ਸ਼ਾਮਲ ਕਰਨਾ ਸ਼ੁਰੂ ਕੀਤਾ ਹੈ। ਪਰ 2020 ਵਿੱਚ ਜਦੋਂ ਗਲਵਾਨ ਘਾਟੀ ਵਿੱਚ ਚੀਨੀ ਸੈਨਿਕਾਂ ਨਾਲ ਟਕਰਾਅ ਘਟਨਾ ਵਾਪਰੀ ਸੀ, ਉਹਨਾਂ ਦੀ ਗਿਣਤੀ ਕਈ ਗੁਣਾ ਵੱਧ ਸੀ। ਉਸ ਘਟਨਾ ਤੋਂ ਬਾਅਦ ਭਾਰਤੀ ਹਵਾਈ ਸੈਨਾ ਦੇ C-17 ਅਤੇ ਇਲੂਜੀਸ਼ਨ 76 ਟਰਾਂਸਪੋਰਟ ਜਹਾਜ਼ਾਂ ਨੇ ਵੱਡੀ ਗਿਣਤੀ ਵਿੱਚ ਰੇਗਿਸਤਾਨਾਂ ਦੇ ਮੈਦਾਨਾਂ ਤੋਂ ਟੈਂਕ ਅਤੇ BMP ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰਤੀ ਸੈਨਾ ਖੇਤਰ ਵਿੱਚ ਬਖਤਰਬੰਦ ਬਲਾਂ ਨੂੰ ਇਸ ਹੱਦ ਤੱਕ ਮਜ਼ਬੂਤ ਕਰ ਦਿੱਤਾ ਹੈ ਕਿ ਉਹ ਵਿਰੋਧੀ ਦੇ ਕਿਸੇ ਵੀ ਦੁਰਘਟਨਾ ਨਾਲ ਨਿਪਟ ਸਕਦੀ ਹੈ। ਗੁਰਦਾਸਪੁਰ ਦੇ ਪਿੰਡ ਕਾਦੀਆਂ ਦੇ ਨਜ਼ਦੀਕ ਪਿੰਡ ਛੋਟਾ ਔਲਖ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪੰਚਾਇਤੀ ਜ਼ਮੀਨ ਨੂੰ ਲੈ ਕੇ ਆਪ ਪਾਰਟੀ ਦੇ ਵਰਕਰ ਆਪਸ ਵਿੱਚ ਭਿੜ ਗਏ। ਮਾਮਲਾ ਪੰਚਾਇਤੀ ਜ਼ਮੀਨ ਦਾ ਦੱਸਿਆ ਜਾ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਸਰਬਜੀਤ ਸਿੰਘ ਸੱਭੂ, ਉਸ ਦੀ ਪਤਨੀ ਅਤੇ ਮਾਤਾ ਨਰਿੰਦਰ ਕੌਰ ਨੇ ਦੱਸਿਆ ਕਿ ਅਸੀਂ ਆਪਣੀ ਨੂੰਹ ਦੀ ਦਵਾਈ ਲੈਣ ਜਾ ਰਹੇ ਸਨ। ਪੰਚਾਇਤੀ ਜ਼ਮੀਨ ਉੱਤੇ ਅਸੀਂ ਪੱਠੇ ਬੀਜੇ ਹੋਏ ਸਨ। ਜਾਂਦੇ ਹੋਏ ਜਦੋਂ ਅਸੀਂ ਉੱਥੇ ਰੁਕੇ ਤਾਂ ਦੂਜੀ ਧਿਰ ਦੇ ਬੰਦਿਆਂ ਨੇ ਸਾਡੇ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਅਸੀਂ ਆਪਣੀ ਭੱਜ ਕੇ ਜਾਨ ਬਚਾਈ, ਪਰ ਦੋਸ਼ੀਆਂ ਵੱਲੋਂ ਉਸ ਘਰ ਉੱਤੇ ਵੀ ਹਮਲਾ ਕਰਕੇ ਤੋੜ ਭੰਨ ਕੀਤੀ ਗਈ। ਉਹਨਾਂ ਵੱਲੋਂ ਫਾਇਰ ਵੀ ਕੀਤੇ ਗਏ। ਉਹਨਾਂ ਦੱਸਿਆ ਕਿ ਅਸੀਂ ਵੀ ਆਮ ਆਦਮੀ ਪਾਰਟੀ ਦੇ ਵਰਕਰ ਹਾਂ ਅਤੇ ਦੂਜੀ ਧਿਰ ਵੀ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹੈ। ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਦਿੱਤਾ ਜਾਵੇ। ਇਸ ਲੜਾਈ ਵਿੱਚ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਹੈ। ਉੱਥੇ ਹੀ ਮੌਕੇ ਤੇ ਮੌਜੂਦ ਪਿੰਡ ਵਿੱਚ ਵਾਸੀ ਜਗਜੀਤ ਸਿੰਘ ਅਤੇ ਅਜੀਤ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੀ ਗੁੰਡਾਗਰਦੀ ਕਰਨ ਵਾਲਿਆਂ ਨੂੰ ਰੋਕਿਆ ਜਾਵੇ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉੱਥੇ ਹੀ ਸ਼੍ਰੀ ਹਰਗੋਬਿੰਦਪੁਰਾ ਥਾਣਾ ਦੇ ਇੰਚਾਰਜ ਬਲਜੀਤ ਕੌਰ ਨੇ ਮੌਕੇ ਤੇ ਪੁੱਜ ਕੇ ਸਥਿਤੀ ਤੇ ਕਾਬੂ ਪਾਇਆ ਅਤੇ ਜੋ ਵੀ ਬਣਦੀ ਕਾਰਵਾਈ ਹੈ ਉਹ ਦੋਸ਼ੀਆਂ ਖਿਲਾਫ ਕੀਤੀ ਜਾਏਗੀ, ਅਜਿਹਾ ਭਰੋਸਾ ਦਿਵਾਇਆ। ਮੈਂ ਦਵਾਈ ਲੈਣ ਜਾਣ ਡਿਆ ਵਾਂ, ਨਾਲ ਮੇਰੀ ਵਾਈਫ ਹੀ, ਨਾਲ ਆ ਛੋਟਾ ਜਿਹਾ ਬੱਚਾ। ਸੌਦਾ ਲੈਣ ਜਾਣ ਦੇ ਨਾਲ ਆ ਵੇਖੋ ਸੌਦੇ ਦੀ ਪਰਚੀ, ਆਹ ਵੇਖੋ ਸੌਦੇ ਦੀ ਪਰਚੀ। ਮੈਂ ਉਹਨਾਂ ਨੂੰ ਇਹੋ ਗੱਲ ਕਹੀ ਹੈ, ਮੈਂ ਕਿਹਾ ਇਹ ਆ ਪੱਠੇ ਜਿਹੜੇ ਕਾਥੋਂ ਡੇ ਜੇ ਵੱਢਣੇ। MLA ਸਾਹਿਬ ਨੇ ਰਾਤੀ ਜੋ ਕਿਹਾ ਵੀ ਤੁਹਾਡਾ ਸਵੇਰੇ ਨਿਬੇੜੂ, ਕੁੱਖ ਨਹੀਂ ਮੇਰੀ ਸੁਣੀ। ਆ ਕੇ ਜਿਹੜਾ ਅਵਤਾਰ ਸਿੰਘ ਆ, ਇਹਦਾ ਕੇਵਲ ਸਿੰਘ ਦਾ ਮੁੰਡਾ, ਇਹਨੇ ਟਰੈਕਟਰ ਗਾੜੀ ਕਰਤਾ ਵਾ। ਮੈਂ ਇਹਨੂੰ ਕਿਹਾ ਟਰੈਕਟਰ ਪਰਾਂ ਕਰ ਲਾ, ਮੈਂ ਗਾੜੀ ਜਾਣਾ, ਮੈਨੂੰ ਨਾ ਛੱਡੋ। ਟਰੈਕਟਰ ਕਰਨ ਦਾ ਕਾਰਨ ਕੀ ਹੈ? ਕਾਰਨ ਇਹਨਾਂ ਦਾ ਇਹੀ ਹੀ ਵੀ ਇਹ ਦੂਜਾ ਇਹ ਮਾਂ ਨੂੰ ਪੱਠਿਆਂ ਤੋਂ ਕਹਿੰਦਾ, ਪੱਠਿਆਂ ਦੀ ਉੱਥੇ ਕੋਈ ਨਹੀਂ ਗੱਲ ਚੱਲੀ। ਮੈਂ ਇਹ ਗੱਲ ਜ਼ਰੂਰ ਕਹੀ, ਮੈਂ ਸੇਠ ਸਾਹਿਬ
ਉੱਥੇ ਆਪਣਾ ਤੁਸੀਂ ਪੱਠੇ ਵੱਢਣ ਦੀ ਆਪਣੀ ਗੱਲ ਹੋਈ ਐਮਐਲਏ ਸਾਹਿਬ ਨੇ ਤੁਹਾਨੂੰ ਉੱਥੇ ਬੁਲਾਇਆ ਸੀ ਤੇ ਜੋ ਨਿਬੜੂ ਇਹਨੇ ਵੀ ਮੇਰੀ ਨਾਲ ਦੀ ਨੂੰ ਕਿਹਾ ਅੰਕਲ ਜੀ ਅੱਧੀ ਦੀ ਰਾਤ ਰੋਟੀਆਂ ਖਾਂਦੇ ਰਹੇ ਜੇ ਕੀ ਕਾਂਡ ਹੈ ਕਹਿੰਦੇ ਕੋਈ ਨਹੀਂ ਤੈਨੂੰ ਦੱਸਦੇ ਆ ਨਜ਼ਾਰਾ ਮੈਂ ਕਿਹਾ ਚਲੋ ਕੋਈ ਨਹੀਂ ਮੈਨੂੰ ਪੱਠਿਆਂ ਤੇ ਕੋਈ ਲੋੜ ਨਹੀਂ ਟਰੈਕਟਰ ਸਾਈਡ ਤੇ ਕਰੋ ਅਜੇ ਕਰ ਨਹੀਂ ਰਹਿੰਦਾ ਕੇਵਲ ਸਿੰਘ ਦਾ ਮੁੰਡਾ ਥੱਲੇ ਭੱਜਾ ਵਾ ਜਿਹਨੇ ਪਿੱਛੇ ਲੋਹੇ ਦਾ ਪੈਪ ਲਾਇਆ ਵਾ ਤੇ ਗਾੜੀ ਤਿੱਖਾ ਇਦਾਂ ਲੋਹੇ ਦਾ ਲਾਇਆ ਖੁਰਪਾ ਜਿਹਾ ਜਿੱਦਾਂ ਹੁੰਦਾ ਖੁਰਪਾ ਟਾਈਪ ਬਣਾਇਆ ਉਹ ਆ ਕੇ ਆਉਂਦੇ ਹੀ ਪੈ ਗਿਆ ਉਹਨੇ ਆਉਂਦੇ ਹੀ ਸਿੱਧੀਆਂ ਮਾਰਨੀ ਸ਼ੁਰੂ ਕੀਤੀਆਂ ਉਹਨਾਂ ਦੇ ਮੁੰਡੇ ਇੱਕ ਨੇ ਛੋਟੇ ਨੇ ਦਾਤਰ ਫੜਿਆ ਉਹ ਦਾਤਰ ਥੱਲੇ ਡਿੱਗ ਪਿਆ ਮੈਂ ਫੜ ਕੇ ਦਾ ਡਰਾਵਾ ਦਿੰਦਾ ਮੈਂ ਪਛਾਣ ਹੋ ਗਿਆ ਵਾਂ ਜਦੋਂ ਮੈਂ ਪਛਾਣ ਹੋਇਆ ਵਾਂ ਉਹਨੇ ਪੰਚਾਇਤੀ ਲੜਾਈ ਹੈ ਕੋਈ ਭਾਜੀ ਨਹੀਂ ਸਾਡਾ ਉਹਦੇ ਨਾਲ ਕੋਈ ਉਹਦੀ ਬੱਚੀ ਕਟਾਈ ਸੀ ਸਿਰਫ ਉਹਦੇ ਪੱਠੇ ਮੈਂ ਬੀਜੇ ਜ਼ਰੂਰ ਬੀਜੇ ਸੀ ਉਹਦਾ ਮਸਲਾ ਕੋਈ ਨਹੀਂ ਮੈਨੂੰ ਐਮਐਲਏ ਸਾਹਿਬ ਨੇ ਕਿਹਾ ਵੀ ਜੇ ਪੈਸੇ ਦੇ ਦੇਂਗਾ ਤਾਂ ਵੱਢ ਲਈ ਗੋਲੀਆਂ ਵੀ ਚਲਾਈਆਂ ਗਈਆਂ ਮੇਰੇ ਤੇ ਮੰਗਲ ਸਿੰਘ ਸੇਠ ਨੇ 2 ਫੈਰ ਮਾਰੇ ਪਹਿਲਾ ਫੈਰ ਮਾਰਿਆ ਤੇ ਮੈਂ ਪਛਾਣ ਨੂੰ ਡਿੱਗ ਪਿਆ ਵਾਂ ਉਹਨੇ ਚਿਰ ਨੂੰ ਘਰ ਵਾਲੇ ਗਵਾਹੀ ਦੇਣਗੇ ਨਾ ਮੇਰੇ ਕੋਈ ਰਿਸ਼ਤੇਦਾਰ ਆ ਨਾ ਮੇਰੀ ਇਹਨਾਂ ਨੂੰ ਕੋਈ ਸਾਂਝ ਉਹਨਾਂ ਨੇ ਕਿਹਾ ਵਾ ਇਦਾਂ ਨਾ ਕਰੋ ਨਾ ਮੁੰਡਾ ਨਾ ਮਾਰ ਦਿਓ ਆ ਨਿੱਕਾ ਜਿਹਾ ਮੁੰਡਾ ਉਹ ਬੁੱਢੇ ਨੇ ਚੁੱਕ ਕੇ ਮੁੰਡਾ ਅੰਦਰ ਕੀਤਾ ਨਾਲ ਦੀ ਮੇਰੀ ਉੱਤੇ ਮੇਰੇ ਲੰਮਿਆ ਵੇਖੋ ਇਹ ਡਾਂਗਾ ਤੁਹਾਡੇ ਉੱਤੇ ਹਮਲਾ ਕੀਤਾ ਇੱਕ ਮੰਗਲ ਸਿੰਘ ਸੇਠ ਇੱਕ ਬਲਜੀਤ ਸਿੰਘ ਬੱਲੀ ਉਹ ਵੀ ਆਮ ਆਦਮੀ ਦਾ ਹੀ ਆ ਮੈਂ ਵੀ ਆਮ ਆਦਮੀ ਦਾ ਇਹ ਨਹੀਂ ਵੀ ਮੈਂ ਨਹੀਂ ਆ ਇੱਕ ਸਰਕਲ ਪ੍ਰਧਾਨ ਆ ਸੁਖਵਿੰਦਰ ਸਿੰਘ ਬਾਬਾ ਇੱਕ ਉਹਦਾ ਬ੍ਰਦਰ ਆ ਪ੍ਰੇਮਾ ਤੇ ਇੱਕ ਆਪਣਾ ਕੇਵਲ ਸਿੰਘ ਇੱਕ ਉਹਦਾ ਮੁੰਡਾ ਅਵਤਾਰ ਸਿੰਘ ਆ ਇੱਕ ਹਰਦੀਪ ਸਿੰਘ ਦੀਪਾ ਜਿਹਨੇ ਮੇਰੇ ਸਿਰ 'ਚ ਰਾਣਾ ਮਾਰੀਆਂ ਜਦੋਂ ਤੁਸੀਂ ਗੱਡੀ ਤੇ ਆ ਰਹੇ ਹੋ ਤੁਹਾਡੇ ਨਾਲ ਹੋਰ ਕੌਣ ਮੇਰੀ ਵਾਈਫ ਹੀ ਤਾਂ ਮੇਰਾ ਛੋਟਾ ਬੱਚਾ ਸੀ ਵਾਈਫ ਨਾਲ ਵੀ ਕੁੱਟਮਾਰ ਹੋਈ ਹੈ ਹਾਂਜੀ ਇਹਦੇ ਵੇਖੋ ਆ ਵੇਖੋ ਪੈਂਦੇ ਸੀ ਮੈਂ ਇਹਨਾਂ ਦੇ ਉੱਤੇ ਲੰਮੇ ਪੈਂਦੇ ਸੀ ਮੈਨੂੰ ਖਿੱਚ ਤੂੰ ਕਰਦੇ ਸੀ ਲੱਤਾਂ ਤੋਂ ਵੀ ਧੁੰਦੇ ਸੀਗੇ ਕਿ ਇਹਨਾਂ ਨੂੰ ਉੱਤੇ ਆ ਮੈਂ ਵੇਖੋ ਡਿੱਗ ਬਚਾਉਂਦੀ ਆਹ ਹਾਲਤ ਕੱਪੜੇ ਸਾਰੇ ਇਧਰੋਂ ਬੱਚਾ ਹੈ ਮੇਰਾ ਬੱਚਾ ਉਹ ਲਾਗੇ ਘਰ ਵਾਲੇ ਅੰਕਲ ਉਹਨਾਂ ਨੇ ਫੜ ਕੇ ਖੜਿਆ ਉਹਨਾਂ ਨੂੰ ਤੁਹਾਨੂੰ ਕਿ ਬਚਾਉਣ ਵਾਸਤੇ ਦਿਓਰ ਵੀ ਤੁਹਾਡਾ ਉਹਦੀ ਕੁੱਟਮਾਰ ਕੀਤੀ ਗਈ ਹੈ ਦਿਓਰ ਤੇ ਆਇਆ ਸੀਗਾ ਦੁਕਾਨ ਤੇ ਆਇਆ ਸੀਗਾ ਤੇਲ ਚੱਕੀ ਤੇ ਆਇਆ ਭਾਜੀ ਚੱਕੀ ਤੇ ਸਰੋਂ ਕੱਢਣੀ ਦਿੱਤੀ ਸੀ ਤੁਸੀਂ ਜਾ ਕੇ ਸਰੋਂ ਉੱਥੇ ਬਿਆਨ ਲੈ ਲਓ ਚੱਕੀ ਤੇ ਜਿਹੜਾ ਕੋਲੂ ਵਾਲੇ ਆ ਮੈਂ ਸ਼ਾਮੀ 4 ਵਜੇ ਸਰੋਂ ਛੱਡ ਕੇ ਗਿਆ ਤਾਂ ਉਹ ਲੈਣ ਆਇਆ ਉੱਥੋਂ ਤੇਲ ਕੱਢਿਆ ਪਿਆ ਸੀ ਉਹ ਲੈਣ ਆਇਆ ਜਦੋਂ ਉਹਨੇ ਰੌਲਾ ਪੈਂਦਾ ਵੇਖਿਆ ਉਹ ਆਇਆ ਵਾ ਉਹਨੂੰ ਗੇਟ ਦੇ ਗਾੜੀ ਸੁੱਟ ਲਿਆ ਖਾਲੀ ਕੀ ਮੰਗੇ ਤੁਹਾਡੀ ਸਾਡੀ ਮੰਗ ਇਹੀ ਆ ਪ੍ਰਸ਼ਾਸਨ ਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜਾ ਮੰਗਲ ਸਿੰਘ ਸੇਠ ਆ ਇਹਦਾ ਜਿਹੜਾ ਹਥਿਆਰ ਆ ਉਹ ਜ਼ਬਤ ਕੀਤਾ ਜਾਵੇ ਇਹਦੇ ਮੁੰਡੇ ਨੇ ਅੱਗੇ ਵੀ ਗੋਲੀ ਚਲਾਈ ਇਹਨਾਂ ਦੇ 307 ਦਾ ਪਰਚਾ ਚੱਲਣ ਡਿਆ 2 ਇਹ ਤੋਂ ਨਜਾਇਜ਼ ਹਥਿਆਰ ਤੇ ਕਿਲੋ ਫੀਮ ਫੜੀ ਗਈ ਉਹਦਾ ਇੱਥੇ ਪਰਚਾ ਚੱਲਣ ਡਿਆ ਦਿਨ ਤੇ ਆ ਕੇ ਇਹਨਾਂ ਦੇ ਜਨਮ ਦਿਨ ਤੇ ਇਹਨਾਂ ਤੇ ਗੋਲੀ ਚੱਲਦੀ 100 ਇਹਨਾਂ ਤੋਂ ਬੰਦਾ ਗੈਂਗਸਟਰਾਂ ਨਾਲ ਇਹਦੇ ਸੰਬੰਧ ਆ ਭਗਵੰਤ ਮਾਨ ਜੀ ਨੂੰ ਇਹੋ ਕਹਿਣਾ ਵਾ ਵੀ ਜਿੱਦਾਂ ਕਾਲੀਆਂ ਤੇ ਕਾਂਗਰਸੀਆਂ ਨੇ ਗੁੰਡੇ ਪਾਲੇ ਸੀ ਇਦਾਂ ਸਾਡੇ ਪਿੰਡ ਦੇ ਵਿੱਚ 4 ਗੁੰਡੇ ਆ ਜਿਨ੍ਹਾਂ ਨੇ ਹੱਥ ਚੁੱਕੀ ਆ ਐਮਐਲਏ ਸਾਹਿਬ ਤੋਂ ਵੀ ਇਹਨਾਂ ਦੀਆਂ ਸ਼ਿਕਾਇਤਾਂ ਪਹੁੰਚਦੀਆਂ ਵਾ ਪਰ ਉਹ ਇਹਨੂੰ ਸਮਝਾਉਣ ਦੀ ਉਹਨਾਂ ਕੱਲ ਮੈਨੂੰ ਬੁਲਾਇਆ ਸੀ ਅੱਜ ਉਹਨਾਂ ਦੀ ਚੰਡੀਗੜ੍ਹ ਮੀਟਿੰਗ ਨਾਲ ਸਵੇਰੇ ਕਿਹਾ ਵੀ ਤੈਨੂੰ ਇੱਥੇ ਸਮਝਾਉਣੇ ਤੁਹਾਨੂੰ 2 ਘਰਾਂ ਨੂੰ ਪਾਉਣੇ ਤੂੰ ਵੀ ਆਮ ਆਦਮੀ ਦਾ ਉਹ ਵੀ ਆਮ ਆਦਮੀ ਦੇ ਪਰ ਉਹ ਇੰਨੀ ਗੁੰਡਾਗਰਦੀ ਕਾਂਡ ਆ ਉਹ ਕਦੀ ਸੁਣ ਨਹੀਂ ਰਹੀ ਪਿੰਡ ਦੇ ਵਿੱਚ ਇੰਨੀ ਕੱਤ ਚੁੱਕੀ ਪੁੱਛੋ ਹੀ ਕੋਨਾ ਮੇਰੇ ਤੇ ਝੂਠੀਆਂ ਦਰਖਾਸਤਾਂ ਅੱਗੇ ਵੀ ਦਿੰਦੇ ਰਹੇ ਆ ਮੰਗ ਇਹ ਆ ਕਿ ਇਹਨਾਂ ਜੋ ਇਹਨਾਂ ਨੇ ਸਾਡੇ ਤੇ ਕੀਤਾ ਉਹ ਇਹਨਾਂ ਤੇ ਕਾਰਵਾਈ ਚੋਂ ਨਹੀਂ ਪਰਚਾ ਕੀਤਾ ਇਹ ਇੱਕ ਸੱਗੂ ਪਾਰਟੀ ਸੀ ਜਿਨ੍ਹਾਂ ਨੇ ਪਹਿਲਾਂ ਇਹ ਜਿਹੜੀ ਪੰਚਾਇਤ ਦੀ ਇਹ ਪੈਲੀ ਹੈਗੀ ਆ ਉਹਨਾਂ ਨੇ ਪਿਛਲੇ ਸਾਲ ਠੇਕੇ ਤੇ ਲਈ ਸੀ ਹੁਣ ਦੂਸਰੀ ਪਾਰਟੀ ਨੇ ਲੈ ਲਈ ਪਹਿਲੀ ਜਿਹੜੀ ਪਾਰਟੀ ਨੇ ਪਿਛਲੇ ਸਾਲ ਠੇਕੇ ਦੇ ਜਿਨ੍ਹਾਂ ਲਈ ਉਹਨਾਂ ਨੇ ਪੱਠੇ ਬੀਜੇ ਹੋਏ ਸੀ ਹੁਣ ਉਹਨਾਂ ਨੂੰ ਇਹ ਕਹਿੰਦੇ ਸੀ ਤੁਸੀਂ ਪੱਠੇ ਬੀਜੋ ਤੇ ਅਸੀਂ ਜਿਹੜਾ ਝੋਨਾ ਲਾਉਣਾ ਹੈਗਾ ਉਹ ਪੱਠੇ ਜਿਹੜੀ ਪਾਰਟੀ ਨੇ ਇਸ ਵਾਰ ਹੁਣ ਲਿਆ ਠੇਕੇ ਤੇ ਉਹਨਾਂ ਨੇ ਆਣ ਕੇ ਤੇ ਪੱਠੇ ਵੱਢਣ ਲੱਗ ਪਏ ਉੱਥੋਂ ਇਹਨਾਂ ਦਾ ਝਗੜਾ ਹੋ ਗਿਆ ਦੋਨੋਂ ਪਾਰਟੀਆਂ ਦੇ ਕਾਫੀ ਜਿਹੜੀਆਂ ਸੱਟਾਂ ਲੱਗੀਆਂ ਹੈਗੀਆਂ ਉਹ ਹਸਪੀਟਲ ਨੇ ਜਿਹੜੀ ਗੋਲੀ ਵਾਲੀ ਗੱਲ ਹੈਗੀ ਆ ਉਹ ਅਸੀਂ ਅਜੇ ਕਲੀਅਰ ਕਰ ਰਹੇ ਉਹ ਕਹਿ ਰਹੇ ਜੀ ਉਹਨਾਂ ਚਲਾਈ ਆ ਇੱਥੇ ਆਪਸ ਵਿੱਚ ਇਹਨਾਂ ਪਾਰਟੀਆਂ ਦਾ ਦੋਨਾਂ ਦਾ ਰੰਜਿਸ਼ਬਾਜੀ ਆ ਕਲੀਅਰ ਨਹੀਂ ਹੋ ਰਿਹਾ ਜਦੋਂ ਕਲੀਅਰ ਹੋਏਗੀ ਗੋਲੀ ਵਾਲੀ ਗੱਲ ਫਿਰ ਦੱਸਾਂਗੇ ਕਿਸੇ ਦੇ ਗੋਲੀ ਲੱਗੀ ਨਹੀਂ ਕਿੰਨੇ ਜਾਣੇ ਕਿੰਨੀਆਂ ਗੋਲੀਆਂ ਚੱਲੀਆਂ ਕਿੰਨੀਆਂ ਕਹੀਆਂ ਗਈਆਂ ਤਾਂ ਨਹੀਂ ਉਹ ਦੱਸ ਰਹੇ ਕਿ 2 ਫੈਰ ਹੋਏ ਆ ਕੀ ਬਣਦੀ ਕਾਰਵਾਈ ਕਰੋਗੇ ਜੇ ਕੋਈ ਨਹੀਂ ਜੋ ਬਣਦੀ ਹੈ ਅਸੀਂ ਆਇਡੈਂਟੀਫਾਈ ਕਰਕੇ ਜੋ ਬਣਦੀ ਕਾਰਵਾਈ ਕੀਤੀ ਜਾਊਗੀ ਆਓ ਮਾਰਦੇ ਹਾਂ ਝਾਤ ਮੁੜ ਤੋਂ ਇੱਕ ਵਾਰ ਫਿਰ ਸੁਰਖੀਆਂ ਤੇ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਦੀ ਹੋਈ ਮੀਟਿੰਗ ਲਏ ਗਏ ਅਹਿਮ ਫੈਸਲੇ ਯੂਸੀਸੀ ਦੇ ਵਿਰੋਧ ਵਿੱਚ ਵੀ ਕੀਤਾ ਗਿਆ ਮਤਾ ਪਾਸ ਸੀਐਮ ਮਾਨ ਨੇ WhatsApp ਨੰਬਰ ਤੇ ਈਮੇਲ ਆਈਡੀ ਕੀਤੀ ਜਾਰੀ ਵਪਾਰੀਆਂ ਤੋਂ ਮੰਗੇ ਸੁਝਾਅ NIA ਨੇ ਮੋਸਟ ਵਾਂਟਡ ਲਿਸਟ ਕੀਤੀ ਜਾਰੀ 21 ਨਾਮ ਨਹੀਂ ਸ਼ਾਮਲ NIA ਕਰੇਗਾ ਕਾਰਵਾਈ ਪਾਣੀਪਤ 'ਚ ਹੋਇਆ ਪੁਲਿਸ ਮੁਕਾਬਲਾ ਇੱਕ ਨੌਜਵਾਨ ਹੋਇਆ ਢੇਰ ਸਿੱਧੂ ਮੂਸੇਵਾਲਾ ਕਤਲकांड ਹਥਿਆਰੇ ਪ੍ਰਵਰਤ ਦਾ ਦੱਸਿਆ ਜਾ ਰਿਹਾ ਭਰਾ ਪੰਜਾਬ ਦੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਹੁਣ ਵਾਸਤੇ ਇੰਨਾ ਹੀ ਇੱਕ ਨਵਾਂ ਤੇ ਤਾਜ਼ਾ ਖਬਰਾਂ ਦਾ ਬੁਲੇਟਿਨ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗਾ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ